ਲੀਡਰਸ਼ਿਪ ਹੈ ਜੋ ਉਹ ਵਿਜੀਲੈਂਸ ਭਵਨ ਮੋਹਾਲੀ ਜਾਂਦੀ ਹੈ ਇਸ ਦੇ ਤੌਰ ਤੇ ਕਹਿੰਦੀ ਹੈ ਕਿ ਜੇਕਰ ਕਿਸੇ ਨੂੰ ਗ੍ਰਿਫਤਾਰ ਕਰਨਾ ਤਾਂ ਹੁਣੇ ਕਰ ਲਿਓ। ਲੇਕਿਨ ਹੁੰਦਾ ਹੈ ਕਿ ਭਾਰਤ ਭੂਸ਼ਣ ਆਸ਼ੂ ਨੂੰ ਸ਼ਾਮ ਨੂੰ ਲੁਧਿਆਣੇ ਤੋਂ ਗ੍ਰਿਫਤਾਰ ਕੀਤਾ ਜਾਂਦਾ। ਰਵਨੀਤ ਸਿੰਘ ਬਿੱਟੂ ਉਹਨਾਂ ਨਾਲ ਹੁੰਦੇ ਨੇ, ਮੇਰੇ ਨਾਲ ਰਵਨੀਤ ਬਿੱਟੂ ਨੇ। ਬਿੱਟੂ ਜੀ, ਮਾਮਲਾ ਜਾਣਨਾ ਚਾਹਾਂਗੇ, ਹਾਲਾਂਕਿ ਤੁਸੀਂ ਖੁਦ ਜਾਣਦੇ ਹੋ ਸਾਰੀ ਲੀਡਰਸ਼ਿਪ ਲੈ ਕੇ। ਸਭ ਤੋਂ ਪਹਿਲਾਂ ਜਦੋਂ ਘਰੋਂ ਨਿਕਲੇ ਆ ਤੁਸੀਂ ਇੱਕ ਮੀਡੀਆ ਵਾਲੇ ਸੀ ਜਿਹੜੇ ਸਭ ਤੋਂ ਪਹਿਲਾਂ ਜਿਨ੍ਹਾਂ ਨਾਲ ਗੱਲ ਹੋਈ, ਤੁਸੀਂ ਪਹੁੰਚੇ ਉੱਥੇ। ਮੈਂ ਤੁਹਾਡੇ ਨਾਲ ਗੱਲ ਕੀਤੀ ਵੀ ਅਸੀਂ ਭਾਈ ਸਾਰੀ ਟੀਮ ਕਾਂਗਰਸ ਭਵਨ ਤੋਂ ਅਸੀਂ ਵਿਜੀਲੈਂਸ ਦਫ਼ਤਰ ਜਾ ਰਹੇ ਹਾਂ ਗ੍ਰਿਫਤਾਰੀ ਦੇਣ। ਸਾਨੂੰ ਇਹ ਪਤਾ ਲੱਗਿਆ ਵੀ ਇਹ 18 ਤਰੀਕ ਨੂੰ ਸਾਡੇ ਤੇ ਪਰਚਾ ਦਰਜ ਹੋ ਗਿਆ ਤੇ ਸਾਡੀ ਡਿਊਟੀ ਬਣਦੀ ਹੈ ਇੱਕ ਨਾਗਰਿਕ ਹੋਣ ਤੇ। ਅਸੀਂ ਕੋਈ ਚੋਰ ਚੱਕੇ ਆ ਵੀ ਅਸੀਂ ਭੱਜ ਜਾਈਏ ਜੀ, ਹੁਣ ਅਸੀਂ 에ਅਰਪੋਰਟ ਤੇ ਫੜੇ ਜਾਈਏ ਜੀ, ਅਸੀਂ ਜਾਂ ਕਿਤੇ ਹੋਰ ਬਾਰਡਰ ਤੇ ਫੜੇ ਜਾਈਏ, ਅਸੀਂ ਗ੍ਰਿਫਤਾਰੀ ਦਵਾਂਗੇ। ਸਾਡੀ ਕੋਈ ਗਲਤੀ ਆ ਉਹ ਕੱਢੋ। ਤੇ ਪਰ ਜਦੋਂ ਅਸੀਂ ਸਾਰੇ ਕੱਲੇ ਇਹ ਗੱਲ ਹੋਈ ਵਿਜੀਲੈਂਸ ਚੀਫ ਤੇ ਦਫ਼ਤਰ ਚ ਵੀ ਜਿਹੜੇ MLA ਸਿਟਿੰਗ ਪਲੱਸ ਸਾਡੇ ਜਿਹੜੇ ਕੰਟੈਸਟੈਂਟ ਨੇ ਜਿਨ੍ਹਾਂ ਨੇ ਕੈਂਡੀਡੇਟ ਨੇ ਸਾਡੇ ਉਹ ਜਾਣਗੇ। ਅਸੀਂ ਗਏ ਤੇ ਉੱਥੇ ਜਾ ਕੇ 2 SSP ਸਾਨੂੰ 3 SSP ਸਾਨੂੰ ਮੂਰੇ ਲੀਡ ਕੀਤਾ ਉਹਨਾਂ ਨੇ ਵੀ ਤੁਸੀਂ ਆ ਗੱਡੀਆਂ ਲਿਆਓ ਜੀ ਤੇ ਅੰਦਰ ਚੱਲੀਏ। ਨਾ ਜਾਣੇ ਕੀ ਹੋਇਆ, ਲੁਧਿਆਣਾ ਟੀਮ ਵੀ ਉੱਥੇ ਪਹੁੰਚੀ ਸੀ ਵਿਜੀਲੈਂਸ ਦੀ, ਹੋਰ ਸਾਰੀ ਪਹੁੰਚੀ ਸੀ। ਪਤਾ ਨਹੀਂ ਅਚਾਨਕ ਕੀ ਹੋਇਆ, ਉਹਨਾਂ ਨੇ ਤੁਹਾਨੂੰ ਪਤਾ ਵੀ ਅਣਜਾਣਾ ਦੀ ਜਾਂ ਮਾੜਾ ਮਨ ਚ ਨੀਤ ਮਾੜੀ ਸੀ, ਉਹਨਾਂ ਨੇ ਸਾਨੂੰ ਕਿਹਾ ਵੀ ਨਹੀਂ ਜੀ, ਨਾ ਤਾਂ ਵਿਜੀਲੈਂਸ ਦੇ ਚੀਫ ਨੇ ਮਿਲਣਾ, ਨਾ ਤੁਹਾਨੂੰ ਦਫ਼ਤਰ ਜਾਣ ਦੇਣਾ, ਤੁਸੀਂ ਆਪਣਾ ਦੇਖੋ। ਅਸੀਂ ਅੱਧਾ ਘੰਟਾ ਆਪਣਾ ਮੈਮੋਰੈਂਡਮ ਆਪਣੇ ਵਕੀਲ ਆਪਣੀ ਲੀਗਲ ਟੀਮ ਰਾਹੀਂ ਬਾਹਰ ਜਿਹੜੇ SSP ਸਾਹਿਬਾਨ ਸੀਗੇ ਉਹਨਾਂ ਨੂੰ ਫੜਾਇਆ ਤੇ ਵਾਪਸ ਆ ਗਏ। ਆਸ਼ੂ ਜੀ ਤੇ ਮੈਂ ਲੁਧਿਆਣੇ ਨੂੰ, ਸਾਡੇ ਸਾਰੇ ਕਾਉਂਸਲਰ ਮੋਤਵਰ ਜਿੰਨੇ ਵੀ ਲੋਕ ਨੇ ਆ ਸਾਰੇ ਕਾਂਗਰਸ ਪਾਰਟੀ ਦੇ ਲੁਧਿਆਣੇ ਦੇ, ਅਸੀਂ ਇਕੱਠੇ ਆ ਰਹੇ ਹਾਂ। ਅਸੀਂ ਉੱਥੋਂ ਇਕੱਠੇ ਚੱਲ ਪਏ ਆ ਤੇ ਆਸ਼ੂ ਜੀ ਦੇ ਘਰੇ ਉੱਥੇ ਉਤਰੇ। ਉੱਥੇ ਵੀ ਵਿਜੀਲੈਂਸ ਦੀਆਂ ਟੀਮਾਂ ਗੇੜਾ ਮਾਰਨ ਲੱਗੀਆਂ ਕਿਉਂਕਿ ਲੋਕਲ ਨੇ, ਪਛਾਣਦੇ ਹੀ ਆ ਸਾਰੇ। ਅਸੀਂ ਕਿਹਾ ਚਲੋ ਉਰੇ ਆਉਣਗੇ, ਆਪਣੀ ਗ੍ਰਿਫਤਾਰੀ ਜਿਹੜੀ ਇੱਥੋਂ ਆਸ਼ੂ ਜੀ ਨੂੰ ਲੈ ਜਾਣਗੇ ਘਰੋਂ, ਉਹਨਾਂ ਦੇ ਘਰੋਂ ਲੈ ਜਾਣਗੇ। ਉਹਨਾਂ ਦੀ ਬੇਟੀ ਸੀ, ਵਾਈਫ ਸੀ, ਉਹ ਬਾਹਰੋਂ ਸਾਨੂੰ ਦੱਸਿਆ ਵੀ ਉਹ ਚੱਕਰ ਕੱਢ ਰਹੇ ਆ। ਅਸੀਂ ਕਿਹਾ ਵੀ ਭਾਈ ਲੈ ਆਓ, ਨਹੀਂ ਆਏ। ਅਸੀਂ ਪੁੱਛਦੇ ਰਹੇ ਵੀ ਅਸੀਂ ਦਫ਼ਤਰ ਜਾ ਆਏ ਨੇ SSP ਵਿਜੀਲੈਂਸ ਦੇ, ਸਾਨੂੰ ਅਸੀਂ ਉੱਥੇ ਜਾ ਕੇ ਗ੍ਰਿਫਤਾਰ ਜਦੋਂ 18 ਨੂੰ ਕੀਤਾ ਹੀ ਨਹੀਂ, ਕਹਿੰਦੇ ਲੋੜ ਹੀ ਨਹੀਂ ਜੀ। ਅਚਾਨਕ ਅਸੀਂ ਸਾਰੇ ਜਦੋਂ ਡਿਸਟਰਬ ਹੁੰਦੇ ਆ, ਆਪਣੇ ਆਪਣੇ ਘਰਾਂ ਨੂੰ ਉੱਥੋਂ ਚਲੇ ਜਾਂਦੇ ਆ, ਮੈਂ ਵੀ ਚਲਿਆ ਜਾਣਾ ਤੇ ਆਸ਼ੂ ਜੀ ਇੱਕ ਆਪਣੇ ਕਿਤੇ ਵਾਲ ਕਟਾਉਣ ਲਈ, ਕਿਉਂਕਿ ਇਹਨਾਂ ਨੂੰ ਕੋਈ ਗਲਤਫਹਿਮੀ ਹੈ ਹੀ ਨਹੀਂ ਸੀ ਵੀ ਗ੍ਰਿਫਤਾਰ ਹੋਣੀ ਹੈ, ਗ੍ਰਿਫਤਾਰ ਕਰਨਾ ਹੈ ਜਾਂ ਦੇਣੀ ਹੈ। ਇਹਨਾਂ ਨੇ ਕਿਹਾ ਮੈਂ ਆਪਣੇ ਵਾਲ ਵੂਲ ਕਟਾ ਲਾਂ ਪਹਿਲਾਂ, ਤੇ ਉੱਥੇ ਗਏ ਨੇ। ਅਸੀਂ 200 ਮੀਟਰ ਉੱਥੋਂ ਗਏ ਆ, 200 ਮੀਟਰ ਇਹਨਾਂ ਨੂੰ ਛੱਡ ਕੇ। ਇਹ ਉੱਥੇ ਸਲੋਨ ਚ ਬੜੇ ਆ, ਸਲੋਨ ਤੋਂ ਜਦੀ ਜੀ ਉਹ ਬਾਹਰ ਬੰਦੇ ਟੈਲੀਫੋਨ ਕੋਈ ਬੰਦੇ ਆ ਗਏ ਆਸ਼ੂ ਜੀ ਨੂੰ ਚੱਕਣ। ਅਸੀਂ ਗੱਡੀਆਂ ਉਵੇਂ ਮੋੜੀਆਂ ਤੇ ਉੱਥੇ ਪਹੁੰਚ ਗਏ। ਅਸੀਂ ਉਹਨਾਂ ਨੂੰ ਲਾਈਵ ਹੋਣ ਤੋਂ ਪਹਿਲਾਂ, ਅੱਜ ਕੱਲ ਇਹ ਇੱਕ ਚੀਜ਼ ਆ ਜਿਹੜੀ ਕਿ ਸਾਰੀ ਦੁਨੀਆ ਮੂਹਰੇ ਸਭ ਕੁਝ ਆ ਜਾਂਦਾ, ਫਾਇਦੇ ਵੀ ਨੇ ਨੁਕਸਾਨ ਵੀ ਨੇ। ਅਸੀਂ ਉਹਨਾਂ ਨੂੰ ਬੇਨਤੀ ਬੜੀ ਕੀਤੀ ਬਈ ਤੁਸੀਂ ਇਹ ਤਾਂ ਦੱਸ ਦਿਓ ਵੀ ਤੁਸੀਂ ਹੈ ਕੌਣ। ਕਿਸ ਦੇ ਪਰਨਾ ਬੰਨਿਆ ਇਸ ਸਿਰ ਤੇ, ਕਿਸ ਦੇ ਟੇਢੀ ਹੋਰ ਤਰੀਕੇ ਦੀ ਪੱਗ ਬੰਨੀ ਜਿਵੇਂ ਬਹਿਰੂਪੀਏ ਬਣੇ ਹੋਏ ਸੀਗੇ, ਤੇ ਕੋਈ ਆਈ ਕਾਰਡ ਹੋਏਗਾ। ਅਸੀਂ ਕਿ ਅਸੀਂ ਵੀ ਇੱਕ ਸ਼ਹਿਰੀ ਆ, ਅਸੀਂ ਕਿਹੜਾ ਇਹਨਾਂ ਨੇ, ਅਸੀਂ ਤਾਂ ਗ੍ਰਿਫਤਾਰੀ ਆਪ ਦੇਣ ਗਏ ਆ ਵੀ ਕੋਈ ਤੁਸੀਂ ਲੁਕਾਉਣੇ ਕਿਵੇਂ ਆ, ਅਸੀਂ ਵਿਜੀਲੈਂਸ ਤੋਂ ਆਏ ਆ। ਤਕਰਾਰ ਕਿਸ ਗੱਲ ਦੀ ਸੀ ਕਿ ਸਿਰਫ ਆਈ ਕਾਰਡ ਦਿਖਾਉਣ ਦੀ ਗੱਲ ਸੀ ਕਿ ਜਾਣ ਪਛਾਣ? ਉਹ ਕਹਿੰਦੇ ਜੀ ਅਸੀਂ ਕੌਣ ਆ, ਤੁਹਾਨੂੰ ਕੀ ਮਤਲਬ। ਠੀਕ ਹੈ। ਅਸੀਂ ਕਿਹਾ ਜੀ ਚਲੋ ਜੇ ਤੁਸੀਂ ਆਸ਼ੂ ਜੀ ਨੂੰ ਲੈਣ ਆਏ ਹੋ ਤੇ ਇਹਨਾਂ ਤੇ ਕੋਈ FIR ਕੋਈ ਦਰਜ ਆ ਉਹ ਲੈ ਕੇ ਆਏ। ਨਹੀਂ ਉਹ ਕਹਿੰਦੇ ਛੇਤੀ ਚ ਭੁੱਲਿਆ, ਉਹ ਨਹੀਂ ਅਸੀਂ ਲੈ ਕੇ ਆਏ। ਅਸੀਂ ਕਹਿੰਦੇ ਫਿਰ ਆਈ ਕਾਰਡ ਤਾਂ ਦਿਖਾ ਦਿਓ ਵੀ ਅਸੀਂ ਤੁਹਾਨੂੰ ਕੌਣ ਹੋ, ਤੁਸੀਂ ਐ ਕਿਵੇਂ ਚੱਕ ਕੇ ਲੈ ਜਾਓਗੇ ਬੰਦੇ ਨੂੰ ਇੱਕ ਨੂੰ, ਸਾਨੂੰ ਅਸੀਂ ਕਿਵੇਂ, ਕੀ ਪ੍ਰੂਫ ਆ ਵੀ ਤੁਸੀਂ ਬੰਦੇ ਕੋਈ ਗੈਂਗਸਟਰ ਹੋ, ਗੁੰਡੇ ਹੋ, ਬਦਮਾਸ਼ ਹੋ, ਕੌਣ ਹੋ। ਨਹੀਂ ਜੀ ਕਹਿੰਦੇ ਅਸੀਂ ਨਹੀਂ ਦਿਖਾਉਣੇ। ਫਿਰ ਅਸੀਂ ਲਾਈਵ ਕੀਤਾ ਸ਼ੁਰੂ ਤੇ ਉਹ ਟੈਲੀਫੋਨ ਕਰ ਰਹੇ ਸੀ ਵੀ ਪਹੁੰਚੋ ਜੀ, ਪਹੁੰਚਾਓ ਫਾਈਲ ਜਿਹੜੀ ਆ। ਉਹ ਅੱਧਾ ਘੰਟਾ ਹੋ ਗਿਆ ਕੋਈ ਫਾਈਲ ਨਾ ਆਈ। ਜਿਹਨੂੰ ਪਿੱਛੋਂ ਉਹ ਬੁਲਾ ਰਹੇ ਸੀ ਕਿਸੇ ਆਫੀਸਰ ਸਮਾਨ ਨੂੰ, ਉਹ ਨਾ ਕੋਈ ਆਇਆ। ਅਸੀਂ ਢੀਕ ਫਿਰ ਉਹਨਾਂ ਨੂੰ ਕਿਹਾ ਭਾਈ ਜੇ ਤੁਸੀਂ ਆਈ ਕਾਰਡ ਨਹੀਂ ਦਿਖਾ ਰਹੇ, ਜੇ ਕੋਈ ਤੁਸੀਂ ਸੰਮਨ ਨਹੀਂ ਦਿਖਾ ਰਹੇ, ਹਜੇ ਕਿ ਪੁਲਿਸ ਦੀ ਤਾਕਤ ਆ ਉਹ ਕਿਸੇ ਨੂੰ ਲਿਜਾ ਸਕਦੇ ਆ, ਪਰ ਅਸੀਂ ਕਿਹਾ ਆਈ ਕਾਰਡ ਤਾਂ ਦਿਖਾ ਦਿਓ। ਉਹਨਾਂ ਵਿੱਚੋਂ 2 DSP ਸਮਾਨ ਸੀ, ਇੱਕ ਸਬ ਇੰਸਪੈਕਟਰ ਸੀ, ਇੱਕ ASI ਸੀ, 2 DSP। ਤੇ ਅਸੀਂ ਕਿਹਾ ਜੀ ਹੁਣ ਇੰਨੀ ਤੁਹਾਡਾ ਅਸੀਂ ਕਰ ਸਕਦੇ ਆ ਵੀ ਸਾਡੀ ਸਿਕਿਉਰਿਟੀ ਆ, ਸਾਡੀ ਗੱਡੀ 'ਚ ਬੈਠੋ, ਅਸੀਂ ਵੀ ਤੁਹਾਡੇ ਨਾਲ। ਮੈਨੇ ਆਸ਼ੂ ਜੀ ਨੇ ਬਿਠਾਉਣੇ, ਆਪਾਂ SSP ਦਫ਼ਤਰ ਚੱਲਦੇ ਆ, ਪਤਾ ਲੱਗ ਜਾਏਗਾ। ਅਸੀਂ ਉਹਨਾਂ ਨੂੰ ਬਿਠਾ ਕੇ ਆਪਣੀਆਂ ਗੱਡੀਆਂ 'ਚ ਅਸੀਂ SSP ਦਫ਼ਤਰ ਆ ਗਏ ਆ। SSP ਦਫ਼ਤਰ ਵੜਦੇ ਹੀ SSP ਸਾਹਿਬ ਨੇ ਕਿਹਾ ਵੀ ਆ 18 ਤਰੀਕ ਦਾ ਜਿਹੜਾ ਮੁਕੱਦਮਾ ਤੁਹਾਡੇ ਤੇ ਦਰਜ ਆ, ਤੁਹਾਨੂੰ ਲੋੜ। ਅਸੀਂ ਕਿਹਾ ਜੀ ਫਿਰ ਅਸੀਂ ਇਹੀ ਤਾਂ ਕਹਿ ਰਹੇ ਆ,
ਆਹ ਕੰਮ ਇਹ ਆਪਾਂ ਕਿਉਂ ਕਰ ਰਹੇ ਹਾਂ, ਜਿਹੜਾ ਬਨਾਨਾ ਰਿਪਬਲਿਕ ਵਾਲਾ ਕੰਮ ਕਿਉਂ ਕਰ ਰਹੇ ਹਾਂ ਵੀ ਉਹਨਾਂ ਨੂੰ ਚੱਕਣਾ। ਪਰ ਉਹਨਾਂ ਦਾ ਮਕਸਦ ਇਹ ਸੀ ਵੀ ਜਿਵੇਂ ਸਾਧੂ ਸਿੰਘ ਜੀ ਨੂੰ 3 ਵਜੇ ਚੱਕਿਆ, ਉਹ ਸੀਨ ਜਿਹੜਾ ਮੀਡੀਆ ਤੇ ਵੀ ਆਸ਼ੂ ਜੀ ਚੱਕੇ ਗਏ, ਆਸ਼ੂ ਜੀ ਭੱਜਣ ਲੱਗੇ ਸੀ, ਆਸ਼ੂ ਜੀ ਨੂੰ ਫੜ ਲਿਆ ਵਿਜੀਲੈਂਸ ਨੇ, ਉਹ ਸੀਨ ਜਿਹੜਾ, ਕਿਉਂਕਿ ਇਹ ਜਿਹੜੇ ਮਤਲਬ ਇਸ ਇੰਡਸਟਰੀ 'ਚ ਕੰਮ ਕਰਦੇ ਆ, ਉਹੀ ਪਿਕਚਰਾਂ ਵਾਂਗੂ ਸਟੰਟ, ਉਹੀ ਸੀਨ ਉਹਨਾਂ ਨੂੰ ਦੇਖਣ ਚੰਗੇ ਲੱਗਦੇ ਆ। ਤੇ ਪਰ ਅਸੀਂ ਉਹ ਕਾਮਯਾਬ ਨਹੀਂ ਹੋਣ ਦਿੱਤੇ ਵੀ ਉਹਨਾਂ ਨੂੰ ਚੱਕ ਕੇ ਉਹਨਾਂ ਦੇ ਦਫ਼ਤਰਾਂ 'ਚ ਕੁਝ ਪਾਉਣ, ਉਹਨਾਂ ਦੇ ਘਰੇ ਕੁਝ ਚੀਜ਼ਾਂ ਪਾਉਣ, ਫਲਾਣੇ ਦੇ ਲਿਜਾ ਕੇ ਉਹਨਾਂ ਨੂੰ ਕਹਿਣ ਵੀ ਆਹ ਇੰਨਾ ਪੈਸਾ ਪਿਆ, ਇੱਥੇ ਆਹ ਪੈਸਾ ਪਿਆ। ਉਹ ਆਪਣੇ ਮਨਮਰਜ਼ੀ ਦੀਆਂ ਜੋ ਰਿਕਵਰੀਆਂ ਕਰਨਾ ਚਾਹੁੰਦੇ ਸੀ। ਸਾਨੂੰ ਇਸ ਗੱਲ ਦਾ ਪੂਰਾ ਅੰਦੇਸ਼ਾ ਸੀ ਵੀ ਇਹਨਾਂ ਨੇ ਕਰਨਾ, ਇਹ ਸ਼ਕਲ ਦੀ ਮਾਲਕ ਨੇ, ਉਹ ਅਸੀਂ ਕਾਮਯਾਬ ਨਹੀਂ ਹੋਣ ਦਿੱਤੇ। ਅਸੀਂ ਆਪ ਲਿਆ ਕੇ ਅਰੈਸਟ ਕਰਤੇ, ਆ ਬੈਠੇ ਆ, ਜੋ ਮਰਜ਼ੀ ਕਰੋ ਇਹਨਾਂ ਦੇ। ਪਰ ਜਿਸ ਤਰੀਕੇ ਨਾਲ ਹੁਣ ਬਿਆਨ ਸਾਹਮਣੇ ਆਇਆ, ਜਿਸ ਪ੍ਰੈਸ ਨੋਟ ਆਇਆ ਕਿ 26 ਲੱਖ ਰੁਪਏ ਦੀ ਗੱਲ ਹੈ ਕਿ ਮੰਤਰੀ ਪਾਸੋਂ ਪੀਏ ਮੰਗਦਾ, ਮੀਨੂ ਨਾਮ ਦੱਸਿਆ ਗਿਆ, ਤੇ ਰਕੇਸ਼ ਅਗਰਵਾਲ ਜਿਹੜੇ ਡਿਪਟੀ ਡਾਇਰੈਕਟਰ ਨੇ ਉਹ ਮੰਗਦੇ ਨੇ 26 ਲੱਖ ਦੀ ਗੱਲ ਕੀਤੀ ਜਾ ਰਹੀ ਹੈ। ਫਿਰ ਜ਼ਮੀਨਾਂ ਜਾਇਦਾਦ ਪੀਏ ਬਣਾਉਣ ਦੀ ਗੱਲ, ਪੀਏ ਵੱਲੋਂ ਬਣਾਉਣ ਦੀ ਜਾਂ ਡਿਪਟੀ ਡਾਇਰੈਕਟਰ ਨੇ ਉਹਨਾਂ ਵੱਲੋਂ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਤਾਂ ਪੂਰਾ ਜਿਹੜਾ ਮਸਲਾ ਘੁਮਾਇਆ ਜਾ ਰਿਹਾ 26 ਲੱਖ ਦੇ ਵਿੱਚ ਜ਼ਿਕਰ ਜਿਹੜਾ ਹੋ ਰਿਹਾ, ਕੀ ਲੱਗਦਾ? ਮੈਂ ਹਜੇ ਪੜ੍ਹੀ ਨਹੀਂ, ਪਰ ਮੈਂ ਤੁਹਾਡੀ ਜਾਣਕਾਰੀ ਲਈ, ਦਰਸ਼ਕਾਂ ਦੀ ਜਾਣ ਲਈ, ਮੀਨੂ ਮਲਹੋਤਰਾ ਕੋਈ ਆਸ਼ੂ ਜੀ ਦਾ ਪੀਏ ਨਹੀਂਗਾ। ਠੀਕ ਹੈ, ਆਸ਼ੂ ਜੀ ਦਾ ਪੀਏ ਉਹਦਾ ਨਾ ਸੀਗਾ ਕਦੇ। ਉਹ ਸਿਰਫ ਇੱਕ, ਮੈਨੂੰ ਲੱਗਦਾ ਪ੍ਰਧਾਨ ਜੀ ਆ ਗਏ ਨੇ ਪਾਰਟੀ ਦੇ, ਬਾਕੀ ਉਹਨਾਂ ਨਾਲ ਗੱਲ ਕਰਦੇ ਆ, ਉਦੋਂ ਬਾਅਦ ਆਪਾਂ ਫੇਰ ਕੈਰੀ ਔਨ ਕਰਦੇ ਆ ਇਹ ਇੰਟਰਵਿਊ। ਆ ਜਾਓ ਕਿਉਂਕਿ ਅਗਲਾ ਪ੍ਰੋਗਰਾਮ ਦੇਣਾ ਹੈ। ਬਿਲਕੁਲ। ਸੋ ਪਰ ਇਸ ਦੇ ਨਾਲ ਜੇਕਰ ਦੇਖਿਆ ਜਾਵੇ, ਪਰ ਬਿੱਟੂ ਜਿਸ ਤਰੀਕੇ ਦੇ ਨਾਲ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਨੰਬਰ, ਜਿਹੜੇ ਕਿ ਨੰਬਰਾਂ ਦਾ ਜ਼ਿਕਰ ਹੁੰਦਾ ਸੀ ਕਿ ਇਹ ਗੱਲ ਵਿੱਚ ਰਹਿ ਗਈ। ਤੁਸੀਂ ਇੱਕ ਗੱਲ ਦੇਖੋ ਵੀ ਜਿਹੜੇ ਠੇਕੇਦਾਰਾਂ ਦੀ ਗੱਲ ਕਰ ਰਹੇ ਆ, ਉਹ ਹਜ਼ਾਰਾਂ ਮੰਡੀਆਂ ਹੈ ਜਿਹੜੀਆਂ ਪੰਜਾਬ ਦੇ ਵਿੱਚ ਕੰਮ ਕਰਦੀਆਂ ਨੇ, ਉੱਥੇ ਲੱਖਾਂ ਹੀ ਟਰੱਕ ਨੇ ਜਿਹੜਾ ਢੋਆ ਢਵਾਈ ਕਰਦੀਆਂ। ਉਹ ਪਹਿਲੀ ਗੱਲ ਤਾਂ ਮੰਤਰੀ ਨੂੰ ਤੁਸੀਂ ਜਿਹੜੀ ਉਹ ਤੇ ਸ਼ਿਕਾਇਤ ਹੋਈ ਆ ਵੀ ਜਿਵੇਂ ਸਿਸੋਦੀਆ ਨੇ ਪਾਲਿਸੀ ਬਣਾਈ ਲਿਕਰ ਵੀ ਉਹ 'ਚ 1000 ਕਰੋੜਾਂ ਦਾ ਘਪਲਾ ਜੀ, ਆਸ਼ੂ ਮੰਤਰੀ ਕੈਬਨਿਟ ਵੀ ਹਾਂ ਇਹ ਕੈਬਨਿਟ 'ਚ ਐਕਸਚੈਕਰ ਦਾ ਇੰਨਾ ਨੁਕਸਾਨ ਹੋਇਆ, ਇਹਨਾਂ ਨੇ ਗਲਤ ਪਾਲਿਸੀ ਬਣਾਈ ਜਿਹਦੇ ਕਰਕੇ ਪੰਜਾਬ ਨੂੰ ਨੁਕਸਾਨ ਹੋਇਆ। ਇਹ ਆਸ਼ੂ ਦਾ ਕੰਮ ਆ ਟਰੱਕ ਦੇ ਨੰਬਰ ਦੇਖਣਾ ਵੀ ਇਹ ਸਕੂਟਰ ਦੇ ਲੱਗੇ ਆ ਜਾਂ ਇਹ ਨੰਬਰ ਟੈਂਪੂ ਦੇ ਲੱਗੇ ਆ। ਇੱਕ ਵੀਨੂ ਮਲਹੋਤਰਾ ਸਾਡਾ ਬਹੁਤ ਕਾਂਗਰਸ ਪਾਰਟੀ ਦਾ ਇੱਕ ਵਰਕਰ ਆ, ਜਿਹੜਾ ਕਿ ਇੱਕ ਸਾਡੇ ਜਿਹੜਾ ਇਹ ਮਹੱਲੇ ਦਾ ਇੱਕ ਸਾਡਾ ਲੀਡਰ ਆ, ਵਰਕਰ ਆ, ਬਹੁਤ ਹੋਣਹਾਰ। ਉਹਨੂੰ ਗਰੀਬ ਆਦਮੀ ਨੂੰ ਉਹਨੂੰ ਵੀ ਡਰਾ ਲਾਂਗੇ, ਉਹਨੂੰ ਧਮਕਾ ਲਾਂਗੇ, ਇਹਨੂੰ ਲੱਭਿਆ, ਉਹਦੇ ਫਾਦਰ ਨੂੰ ਚੱਕਿਆ ਇਹਨਾਂ ਨੇ ਕੱਲ ਵੀ ਬੋਲ, ਉਹ ਕੁਛ ਨਹੀਂ ਲੱਭਿਆ। ਤੇ ਇਸ ਕਰਕੇ ਉਹ ਗਰੀਬ ਆਦਮੀ ਨੂੰ ਬਿਲਕੁਲ, ਤੁਸੀਂ ਉਹਦਾ ਘਰ ਦੇਖਿਓ ਜਾ ਕੇ ਕਿੱਥੇ ਉਹ ਰਹਿੰਦਾ ਏ। 26 ਲੱਖ ਤੱਕ ਦੇ ਸੁਪਨੇ 'ਚ ਵੀ ਨਹੀਂ ਉਹਨੇ ਸੋਚਿਆ ਹੋਣਾ ਵੀ ਮੇਰੇ ਕੋਲ 26 ਲੱਖ, ਉਹ ਤਾਂ 26,000 ਵੀ ਨਹੀਂ ਦੇਖਿਆ ਹੋਣਾ ਉਹਨੇ, ਉਹ ਜਿਹਦੀ ਇਹ ਗੱਲ ਕਰ ਰਹੇ ਆ। ਪਰ ਜੇ ਮੈਂ ਗੱਲ ਕਰਾਂ ਬਈ ਆਸ਼ੂ 70,000 ਕਰੋੜ ਦੀ ਖਰੀਦ ਹੁੰਦੀ ਆ ਪੰਜਾਬ 'ਚ ਸਾਲ ਦੀ ਫਸਲਾਂ ਦੀ, ਤੇ ਇਹ 26 ਲੱਖ ਦਾ ਪਤਾ ਨਹੀਂ ਜਾਂ ਕਿਹੜਾ ਇਲਜ਼ਾਮ ਲਾ ਰਹੇ ਨੇ। ਮੈਂ ਇਹ ਕਹਿ ਰਿਹਾ ਵੀ ਜਿਹੜਾ ਬੰਦਾ 4 ਸਾਲ ਤੋਂ ਉੱਤੇ ਮੰਤਰੀ ਰਹੇ ਆ, ਪੰਜਾਬ ਦੀ ਇੱਕ ਵੀ ਫਸਲ ਕਿਤੇ ਕਿਸਾਨ ਦੀ ਰੁਲ ਨਹੀਂ ਦਿੱਤੀ, ਦੂਜੇ ਦਿਨ ਹਰ ਕਿਸਾਨ ਦਾ ਪੈਸਾ ਉਹਦੇ ਖਾਤੇ 'ਚ ਪਹੁੰਚਿਆ ਏ, ਤੇ ਪ੍ਰਮਾਤਮਾ ਦੀ ਮਿਹਰ ਨਾਲ ਝਾੜ ਵੀ ਬੜੇ ਵਧੀਆ ਰਹੇ। ਦੂਜੀ ਗੱਲ ਮੈਂ ਸਵੇਰੇ ਵੀ ਕੀਤੀ ਸੀ, ਉਹ ਮੰਤਰੀ ਜਿਹਦੇ ਲੱਖਾਂ ਦੇ ਤਦਾਦ 'ਚ ਜਿਹੜਾ ਖਾਣ ਪੀਣ ਦਾ ਪ੍ਰਬੰਧ ਜਿਹਨੇ ਕੋਵਿਡ ਦੇ ਦੌਰਾਨ ਕੀਤਾ, ਮਹਾਮਾਰੀ ਦੇ ਦੌਰਾਨ ਕੀਤਾ, ਜਿਨ੍ਹਾਂ ਦੇ ਲੋਕਾਂ ਦੇ ਘਰੇ ਜਦੋਂ ਆਪਾਂ ਆਪ ਦੇ ਪਰਿਵਾਰ ਨੂੰ ਵੀ ਜੇ ਡੈਥ ਹੋ ਜਾਂਦੀ ਸੀ ਤਾਂ ਉਹਦਾ ਸੰਸਕਾਰ ਕਰ ਨਹੀਂ ਜਾਂਦੇ ਸੀ, ਇੰਨਾ ਡਰ ਸੀ। ਤੇ ਇਹ ਉਹ ਭਾਰਤ ਭੂਸ਼ਣ ਆਸ਼ੂ ਆ ਜਿਹੜਾ ਉਸ ਵੇਲੇ ਵੀ ਗੱਡੀ ਲੈ ਕੇ ਘਰ ਘਰ ਰਾਸ਼ਨ ਫਿਰਿਆ, ਦੇਖੇ ਵੀ DFSO ਪਹੁੰਚਾ ਰਹੇ ਆ, ਡਿਪਟੀ ਕਮਿਸ਼ਨਰ ਪਹੁੰਚਾ ਰਹੇ ਆ ਰਾਸ਼ਨ, ਮੁਲਾਜ਼ਮ ਥੱਲੇ ਬੜਾ ਕੰਮ ਕੀਤਾ, ਉਹ 'ਚ ਪੁਲਿਸ ਮੁਲਾਜ਼ਮਾਂ ਨੇ ਬਹੁਤ ਵੱਡਾ ਕੰਮ ਕੀਤਾ। ਉਹ ਇਹ ਮੰਤਰੀ ਆ ਜਿਹਨੇ ਪੂਰੇ ਕਿਸਾਨਾਂ ਦੇ ਘੋਲ 'ਚ, ਜਿਹ 'ਚ 700 ਕਿਸਾਨ ਸ਼ਹੀਦ ਹੋ ਗਿਆ, ਇੱਕ ਵੀ ਕਿਸਾਨ ਨੂੰ ਮੰਡੀ 'ਚ ਤੰਗ ਨਹੀਂ ਹੋਣ ਦਿੱਤਾ। ਇੱਕ ਵੀ ਕੇਸ ਕੋਵਿਡ ਦਾ, ਨਾ ਮਜ਼ਦੂਰ ਨਾ ਕਿਸਾਨ, ਪੂਰੇ ਕੋਵਿਡ ਦੌਰਾਨ ਕਿਸੇ ਮੰਡੀ 'ਚ ਵੀ ਇੱਕ ਵੀ ਡੈਥ ਕੇਸ ਨਹੀਂਗਾ, ਕਿਸੇ ਮੀਡੀਆ ਰਿਪੋਰਟ ਵੀ ਇੱਕ ਨਹੀਂ ਗਈ ਜਿੱਥੇ ਇਹ ਤਕਲੀਫ ਹੋਈ ਹੋਵੇ। ਇਹ ਭਾਰਤ ਭੂਸ਼ਣ ਆਸ਼ੂ ਆ। ਤੇ ਹੁਣ ਸਿਰਫ ਤੇ ਸਿਰਫ ਜਿਹੜਾ ਉਹਨੂੰ ਉਲਝਾਉਣ ਦੇ ਲਈ, ਸਿਰਫ ਕਿਵੇਂ ਜਿਹੜਾ ਸਿਸੋਦੀਆ ਨੰਗਾ ਹੋਇਆ CBI ਨੇ ਕੀਤਾ, ED ਨੇ ਕੀਤਾ, ਉਹ ਆਪਣੇ ਆਪ ਦੇ ਕਿਤੇ ਨਾ ਕਿਤੇ ਕੱਪੜੇ ਪਾਉਣ ਦੇ ਲਈ, ਉਹ ਕੱਪੜੇ ਜਿਹੜੇ ਆ ਤੇ ਦਾਗਦਾਰ ਹੋ ਗਏ, ਫਟ ਚੁੱਕੇ ਨੇ, ਉਹ ਕੱਪੜਿਆਂ ਨੂੰ ਸਿਉਣ ਦੇ ਲਈ ਇਹ ਆਸ਼ੂ ਜੀ ਨੂੰ
ਇੱਕ ਕਠਪੁਤਲੀ ਬਣਾਇਆ ਜਾ ਰਿਹਾ। ਉਹ ਜੀ ਸਦਕੇ ਬਣਾਉਣ। ਸਿਆਸੀ ਪਾਰਟੀਆਂ ਹਮੇਸ਼ਾ ਕਰਦੀਆਂ ਆਈਆਂ ਏ, ਸੱਤੇ ਦੇ ਨਸ਼ਾ 'ਚ ਹਮੇਸ਼ਾ ਇਹ ਗਲਤੀਆਂ ਸਰਕਾਰਾਂ ਕਰਦੀਆਂ ਏ। ਬਾਕੀ ਸਾਨੂੰ ਕੋਰਟ ਤੇ ਵਿਸ਼ਵਾਸ ਆ। ਜੇ ਅਸੀਂ ਐਵੇਂ ਹੀ ਰੋਈ ਜਾਈਏ, ਬਿਲਕੁਲ ਨਹੀਂ। ਉਹ ਬੈਠਾ ਏ ਅੰਦਰ, ਆਪ ਜਾ ਕੇ ਬੈਠਾ ਏ, ਤੇ ਜੋ ਅੱਗੇ ਲੜਾਈ ਕੋਰਟ 'ਚ ਅਸੀਂ ਲੜਾਂਗੇ ਤੇ ਇਮਾਨਦਾਰੀ ਨਾਲ ਨਿਕਲ ਕੇ ਆਵਾਂਗੇ। ਇਹ ਤਾਂ ਐਸੇ ਨੇ ਭਗਵੰਤ ਮਾਨ ਸਾਹਿਬ, ਮਜੀਠੀਆ ਤੁਹਾਡਾ ਐਡਵੋਕੇਟ ਜਨਰਲ ਨਹੀਂ ਤੁਹਾਤੋਂ ਲੋਟ ਆਇਆ ਕੋਈ ਵੀ ਕਿਹੜਾ ਲਾਉਣਾ ਕਿਹੜਾ ਨਹੀਂ, ਤੇ ਜੱਜਮੈਂਟ ਉਹ ਆ ਗਈ ਵੀ ਭਾਈ ਇੱਕ ਪ੍ਰੂਫ ਹੀ ਨਹੀਂ ਦੇ ਸਕੇ ਮਜੀਠੀਏ ਦੇ ਖਿਲਾਫ। ਜਿਹੜੇ ਕਿੰਨੇ ਸਾਲਾਂ ਦਾ ਈਡੀ, ਐਸਟੀਐਫ, ਐਸਆਈਟੀ, ਕਿੰਨੇ ਡੀਜੀ, ਕਿੰਨੇ ਉਹਦੇ ਖਿਲਾਫ ਇਨਕੁਆਇਰੀਆਂ ਚੱਲਦੀਆਂ ਰਹੀਆਂ, ਕਿੰਨੀਆਂ ਇਨਵੈਸਟੀਗੇਸ਼ਨ ਚੱਲਦੀਆਂ ਨੇ, ਤਾਂ ਮਜੀਠੀਆ ਸਾਹਿਬ ਅੰਦਰ ਗਏ। ਇਹਨਾਂ ਨੇ ਸਭ ਤੇ ਪਾਣੀ ਫੇਰ ਕੇ ਅੱਜ ਮਜੀਠੀਆ ਬਾਹਰ ਆ ਤੇ ਦੁਬਾਰਾ ਉਹਨੂੰ ਕੋਈ ਹੱਥ ਨਹੀਂ ਲਾ ਸਕਦਾ। ਐਸੇ ਜੱਜਮੈਂਟ ਆਈ ਆ। ਦੂਜੀ ਗੱਲ, ਭਗਵੰਤ ਮਾਨ ਸਾਹਿਬ, ਇੱਕ ਦਿਨ 'ਚ ਤੁਸੀਂ ਕਿਹਾ ਸੀ ਬਰਗਾੜੀ, ਬਾਈਬਲ ਕਲਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹਿਸਾਬ ਕਰਾਂਗੇ। ਅੱਜ ਉਹ ਨਹੀਂ ਹੋ ਰਿਹਾ। ਅੱਜ ਜਿਸ ਇੰਡਸਟਰੀ ਨੂੰ ਇਹ ਬਿਲੋਂਗ ਕਰਦੇ ਆ, ਉਸ ਦਾ ਟੌਪ ਦਾ ਹੀਰਾ, ਜਿਹਦਾ ਨਾਂ ਸਿੱਧੂ ਮੂਸੇਵਾਲਾ, ਜਿਨ੍ਹਾਂ ਦੇ ਬਾਪ ਹਰ ਐਤਵਾਰੇ ਪੁੱਛਦੇ ਆ ਵੀ ਭਗਵੰਤ ਸਿੰਘ ਜਵਾਬ ਦੇ, ਕਿਹਨੇ ਸਿਕਿਉਰਿਟੀ ਵਿਦਡਰਾ ਕੀਤੀ, ਕਿਹੜੇ ਅਫਸਰ ਨੇ ਕੀਤੀ, ਕਿਹਨੇ ਸੋਸ਼ਲ ਮੀਡੀਆ 'ਚ ਲੀਕ ਕੀਤੀ ਗੱਲ, ਜਿਹੜੇ ਮੇਰੇ ਪੁੱਤ ਨੂੰ ਮਾਰਨ ਆ ਕੇ 100 ਗੋਲੀਆਂ ਚਲਾਈਆਂ, ਉਹਦਾ ਜਵਾਬ ਨਹੀਂਗਾ। ਉਹ ਤੋਂ ਭੱਜਣ ਲਈ ਕੋਈ ਨਾ ਕੋਈ ਰਾਹ ਜਿਹੜਾ ਉਹ ਇਹ ਸਰਕਾਰ ਲੱਭ ਰਹੀ ਆ। ਤੇ ਕੇਜਰੀਵਾਲ ਦੇ ਭਗਵੰਤ ਮਾਨ 'ਚ ਹਿੰਮਤ ਨਹੀਂ ਗਈ। ਇਹ ਕੇਜਰੀਵਾਲ ਆ ਜਿਹੜਾ ਦਿੱਲੀ 'ਚ ਬੈਠਾ, ਜਿਹਨੂੰ ਫਿਕਰ ਇਹ ਆ ਵੀ ਜਿਹੜਾ ਲਿਕਰ ਮਾਫੀਆ ਮੈਂ ਪੰਜਾਬ 'ਚ ਭੇਜਿਆ ਹੈ ਦਿੱਲੀ ਤੋਂ ਲੁੱਟਣ ਲਈ, ਉਹਦੇ ਖਿਲਾਫ ਸ਼ਿਕਾਇਤ ਗਵਰਨਰ ਨੂੰ ਹੋ ਰਿਹਾ। ਸੀਬੀਆਈ ਇਨਕੁਆਇਰੀ ਨਾ ਖੁੱਲ ਜੇ। ਇਹ ਕਾਂਗਰਸੀਆਂ ਨੂੰ ਕਿਵੇਂ ਦੱਬੀਏ, ਕਿਉਂਕਿ ਅਸੀਂ ਸਾਰੇ ਗਵਰਨਰ ਨੂੰ ਟਾਈਮ ਲਿਆ, ਗਵਰਨਰ ਨੂੰ ਸਮਾਂ ਮੰਗਿਆ। ਇਹ ਡਰਾਉਣ ਦੀ ਕੋਸ਼ਿਸ਼ ਆ ਕਾਂਗਰਸੀਆਂ ਨੂੰ ਵੀ ਸਾਡੇ ਖਿਲਾਫ, ਕਿਉਂਕਿ ਬੀਜੇਪੀ ਖਿਲਾਫ ਅਮਿਤ ਸ਼ਾਹ ਦੇ ਮੂਹਰੇ ਪਤਾ ਵੀ ਗਾਟੀ ਜਦੀ ਇਹਨਾਂ ਦੇ ਮੰਤਰੀਆਂ ਦੀ ਉਹ ਅੰਦਰ ਸਿੱਟ ਦਿੰਦਾ, ਕਰਕੇ ਹਿੰਮਤ ਨਹੀਂ ਇਹਨਾਂ ਦੀ। ਇਹ ਕਾਂਗਰਸੀਆਂ ਨੂੰ ਵੀ ਡਰਾਉਣਾ ਚਾਹੁੰਦੇ ਆ ਵੀ ਇਹ ਕਿਸੇ ਪਾਲਿਸੀ। ਅੱਜ ਤੁਸੀਂ ਦੇਖਿਆ ਕਦੇ ਵੀ ਜਦੋਂ ਮੌਸਮ ਮੀਂਹਾਂ ਦਾ ਆਵੇ, ਕਦੇ ਵੀ ਮਾਈਨਿੰਗ ਪੰਜਾਬ 'ਚ ਨਹੀਂ ਹੋਈ। ਇਸ ਵਾਰ ਪਹਿਲੀ ਵਾਰ ਆ ਬਰਸਾਤਾਂ 'ਚ ਵੀ ਰੇਲਵੇ ਵਿਭਾਗ ਲਿਖ ਦੱਸ ਗਿਆ ਵੀ ਰੁੜ ਜਾਣੇ ਆ ਪੁਲ। ਪਠਾਨਕੋਟ ਮਾਈਨਿੰਗ ਨਹੀਂ ਬੰਦ ਹੋਈ, ਉਹ ਪੁਲ ਰੁੜ ਗਏ, ਰੇਲਵੇ ਦੇ ਪੁਲ ਰੁੜ ਗਏ। ਇਸ ਕਰਕੇ ਬਾਕੀ ਮੈਂ ਛੋਟੀਆਂ ਜਿਹੜੀਆਂ ਗੱਲਾਂ ਉਹਨਾਂ ਤੇ ਮੈਂ ਆਉਣਾ ਨਹੀਂ ਚਾਹੁੰਦਾ, ਘਟੀਆ ਗੱਲਾਂ ਨੇ ਉਹ ਜਿਹੜੇ ਇਹਨਾਂ ਦੇ ਐਮਐਲਏ ਜਾਂ ਹੋਰ ਜਿਹੜੇ ਨੇ। ਪਰ ਇਹਨਾਂ ਨੂੰ ਇਸ ਰਾਜਨੀਤੀ ਤੋਂ ਆਸ ਸੀਗੀ ਵੀ ਉੱਠਣਗੇ, ਪਰ ਇਹ ਵੀ ਉਸੇ ਰਾਜਨੀਤੀ ਦਾ ਗੰਦੀ ਦਾ ਸਹਾਰਾ ਲੈਣ ਲੱਗੇ। ਇਹੀ ਦੇਖਿਓ ਕੋਰਟ 'ਚ ਬਰੀ ਹੋ ਕੇ ਤੁਹਾਡੇ ਮੂਹਰੇ ਆਉਣਗੇ, ਸਚਾਈ ਨਾਲ ਇਮਾਨਦਾਰੀ ਨਾਲ ਆਉਣਗੇ, ਕੋਈ ਪਰਵਾਹ ਨਹੀਂ। ਅਸੀਂ ਇਹ ਫੈਸਲਾ ਕਰ ਲਿਆ ਏ ਵੀ ਭਾਈ ਜਿਹਨੂੰ ਮਰਜ਼ੀ ਅਰੈਸਟ ਕਰੋ, ਜਿਹਨੂੰ ਮਰਜ਼ੀ ਫੜੋ। ਸਾਡਾ ਵਰਕਰ ਆ ਜਿਹੜਾ ਥੱਲੇ ਬਹੁਤ, ਦੇਖੋ ਸਵੇਰ ਦਾ ਬੈਠਾ ਵਰਕਰ, ਹਜੇ ਇੱਕ ਹਾਕ ਮਾਰੀ ਆ ਤੇ ਜਿੱਦਣ ਵਰਕਰ ਨੂੰ ਇਹ ਕਹਿਤਾ ਤੇ ਉਦੋਂ ਨਾ ਭਗਵੰਤ ਮਾਨ ਸਿਆਂ ਬੈਰੀਗੇਡ ਬਚਣੇ ਆ, ਨਾ ਤੁਹਾਡੀ ਪੁਲਿਸ ਕੁਝ ਕਰ ਸਕੂਗੀ। ਇਹ ਕਾਂਗਰਸ ਪਾਰਟੀ ਆ, ਇਹ ਡਰਾਉਣ ਵਾਲੀ ਗੱਲ ਨਹੀਂ ਗੀ। ਜਿਹਨੇ ਕੁਰਬਾਨੀ ਆਜ਼ਾਦੀ ਵੇਲੇ ਦਿੱਤੀ, ਅੱਤਵਾਦ ਦੀ ਲੜਾਈ, ਇਹ ਹਜ਼ਾਰਾਂ ਲੋਕਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀ ਦੇ ਕੇ ਲੜੀ। ਤੁਸੀਂ ਤਾਂ ਚੀਜ਼ ਹੀ ਕਿਉਂ ਪੈਦਾ ਹੀ ਨਹੀਂ ਹੋਏ ਸੀਗੇ, ਤੁਸੀਂ ਤਾਂ ਸਾਡੇ ਹੀ ਤੁਹਾਡੇ 'ਚ ਨੇ, ਅਕਾਲੀ ਦਲ ਦੇ ਤੁਹਾਡੇ 'ਚ ਨੇ, ਤੁਹਾਡੀ ਤਾਂ ਪਾਰਟੀ ਕੋਈ ਨਹੀਂ ਆਪਦੀ। ਇਸ ਕਰਕੇ ਮਤ ਇਸ ਭੁਲੇਖੇ 'ਚ ਰਹੋ ਵੀ ਇਹ ਸੱਤਾ ਸਦਾ। ਸੁਖਵੀਰ ਸਿੰਘ ਬਾਦਲ ਵੀ ਕਹਿੰਦਾ ਸੀ ਵੀ ਮੈਂ 25 ਸਾਲ ਰਾਜ ਕਰੂੰਗਾ, ਮੈਂ ਲਾਲ ਡੈਰੀ ਲਾ ਲਈ, ਮੈਂ ਫਲਾਨਾ ਲਾ ਲਿਆ। ਇਸ ਕਰਕੇ ਇਸ ਭੁਲੇਖੇ 'ਚ ਨਾ ਰਹੋ। ਤੁਹਾਨੂੰ ਲੋਕਾਂ ਨੇ ਦਿਖਾਤਾ ਸੰਗਰੂਰ ਦੀ ਜਿਮਨੀ ਚੋਣ 'ਚ ਵੀ ਕੀ ਔਕਾਤ ਆ ਤੁਹਾਡੀ। ਇਸ ਕਰਕੇ ਰੱਬ ਪਰਮਾਤਮਾ ਬੈਠਾ ਏ ਤੇ ਲੋਕ ਜਿਹਨਾਂ 'ਚ ਰੱਬ ਵਸਦਾ ਏ ਉਹ ਫੈਸਲਾ ਕਰਨਗੇ ਜਿਨ੍ਹਾਂ ਨੇ ਝੂਠ ਬੋਲ ਕੇ ਸੱਤਾ ਬਣਾਈ ਆ। ਅਸੀਂ ਆਪਣੀਆਂ ਗ੍ਰਿਫਤਾਰੀਆਂ ਦੇਣ ਲਈ, ਆਪਣੀਆਂ ਜੇਲ੍ਹਾਂ ਭਰਨ ਲਈ ਤਿਆਰ ਬਰ ਤਿਆਰ ਬੈਠੇ, ਕੋਈ ਫਿਕਰ ਨਹੀਂ। ਸ਼ੁਕਰੀਆ। ਸੋ ਇਹ ਸਨ ਰਵਨੀਤ ਸਿੰਘ ਬਿੱਟੂ, ਜਿਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ, ਕਾਨੂੰਨੀ ਕਾਰਵਾਈ ਜਿਸ ਤਰੀਕੇ ਦੇ ਨਾਲ ਜੋ ਵੀ ਹੋਵੇਗੀ ਉਸ ਦੇ ਸਹਿਯੋਗ ਦੇਵਾਂਗੇ। ਤੇ ਹੋਰ ਜਿਹੜਾ ਕਿ ਇਸ ਵਕਤ ਹੈ ਕਿ ਕਾਂਗਰਸ ਦੇ ਵਰਕਰ ਵਿਜੀਲੈਂਸ ਭਵਨ ਦੇ ਬਾਹਰ ਬੈਠ ਚੁੱਕੇ ਨੇ, ਪੁਲਿਸ ਦਾ ਵੀ ਵੱਡਾ ਇੱਥੇ ਜਿਹੜਾ ਕਿ ਨਫਰੀ ਤਾਇਨਾਤ ਕੀਤੀ ਗਈ ਹੈ ਤੇ ਕਾਂਗਰਸ